अच्छा, अमन भाई मौजूद हो? जी जी मौजूद है। जी, मौलवी साहब को एक सवाल करना सी। मौलवी साहब इजाजत है? मौलवी साहब जनाब जिन्ने मर्जी सवाल करो, ਅਸੀਂ ਤੇ ਜਵਾਬ ਉਹ ਹੀ ਦੇ ਸਕਣਾ ਜਿਹੜੇ ਸਾਨੂੰ ਪਤਾ ਹੋਣਾ ਹੈ। बिल्कुल बिल्कुल इस तरह ही होना भी इस तरह ही चाहिए वा कि जिस चीज़ का नॉलेज ना हो ਉਹਦੇ ਬਾਰੇ 'ਚ ਬੰਦਾ ਨਾ। सवाल ये है कि दावा नबूवत करन ਤੋਂ ਪਹਿਲੋਂ यानी 52 साल ਦੀ ਜਿਹੜੀ ਉਮਰ ਸੀ ਮਿਰਜ਼ਾ ਸਾਹਿਬ ਦੀ, ਉਸ ਤੋਂ ਪਹਿਲੋਂ ਮਿਰਜ਼ਾ ਸਾਹਿਬ ਕਿਸੇ ਫਿਰਕੇ ਵਿੱਚ ਸ਼ਾਮਲ ਸਨ ਜਾਂ ਉਹ ਸਿਰਫ ਮੁਸਲਮਾਨ ਸਨ? ਜੀ ਜਵਾਬ। ਇਹ ਮਿਰਜ਼ਾ ਸਾਹਿਬ ਨੇ ਦਾਵਾ ਨਬੂਵਤ ਕੀਤਾ ਵੇ? ਚੱਲ ਘੁੰਮਣ ਲੱਗੀ ਆ। ਚਲੇ 1901 ਦੇ ਵਿੱਚ ਜਿਹੜਾ ਉਹਨਾਂ ਨੇ ਦਾਵਾ ਕੀਤਾ, ਜਿਹੜਾ ਵੀ ਕੀਤਾ, ਉਸ ਤੋਂ ਪਹਿਲੋਂ ਉਹ ਵਹਾਬੀ, ਦਿਓਬੰਦੀ, ਬਰੇਲਵੀ, ਸ਼ੀਆ ਕਿਸੇ ਮਸਲਕ ਵਿੱਚ ਜਾਂ ਫਿਰਕੇ ਸਨ ਜਾਂ ਸਿਰਫ ਮੁਸਲਮਾਨ ਸਨ? ਜੀ। ਇਸ ਬਾਰੇ ਮੇਰੇ ਕੋਲ ਕੋਈ ਮਾਲੂਮਾਤ ਨਹੀਂ। ਇਸ ਵਾਸਤੇ ਅਗਰ ਕੋਈ ਮਾਲੂਮਾਤ ਹੁੰਦੀ ਤਾਂ ਮੈਂ ਜ਼ਰੂਰ ਸ਼ੇਅਰ ਕਰਦਾ, ਲੇਕਿਨ ਜੋ ਉਹਨਾਂ ਦੇ ਦੋਸਤ ਜਾਂ ਹਲਕਾ ਅਹਿਬਾਬ ਉਹ ਜ਼ਿਆਦਾਤਰ ਮੇਰੇ ਖਿਆਲ 'ਚ ਅਹਿਲੇ ਹਦੀਸ ਸਨ। ਬਾਕੀ ਅੱਲਾ ਬਿਹਤਰ ਜਾਣਦਾ। ਮੌਲਵੀ ਸਾਹਿਬ ਉਹਨਾਂ ਦੇ ਹਲਕਾ ਬਾਪ ਦੇ ਬਾਰੇ 'ਚ ਨਹੀਂ ਪੁੱਛਿਆ ਮੈਂ। ਬਾਕੀ ਨਾ ਪਤਾ, ਬਾਕੀ ਅਗਰ ਇਲਮ ਹੁੰਦਾ ਤਾਂ ਮੈਂ ਜ਼ਰੂਰ ਮਿਰਜ਼ਾ ਸਾਹਿਬ ਜ਼ਾਤੀ ਤੌਰ ਤੇ ਮੁਸਲਮਾਨ ਸਨ ਜਾਂ ਅਹਿਲੇ ਹਦੀਸ ਸਨ ਜਾਂ ਬਰੇਲਵੀ ਸਨ ਜਾਂ ਦਿਓਬੰਦੀ ਸਨ ਜਾਂ ਸ਼ੀਆ ਸਨ? ਬਸ ਇਹ ਪੁੱਛਿਆ। ਪਤਾ ਨਹੀਂ ਉਹਨਾਂ ਦੇ ਵਾਲਦ ਸਾਹਿਬ, ਕਿਉਂਕਿ ਬੁਨਿਆਦੀ ਤੌਰ ਤੇ ਜਦੋਂ ਬੱਚਾ ਜਿਸ ਘਰ 'ਚ ਪੈਦਾ ਹੋਵੇ ਉਹੀ ਅਕੀਦਾ ਹੁੰਦਾ ਹੈ। ਹੁਣ ਮੇਰੇ ਇਲਮ 'ਚ ਨਹੀਂ ਉਹਨਾਂ ਦੇ ਕੀ ਸਿਲਸਿਲਾ ਸੀ, ਮੇਰੇ ਇਲਮ 'ਚ ਬਿਲਕੁਲ ਨਹੀਂ। ਯਾਨੀ ਅਗਰ ਇਹ ਤੋਂ ਥੋੜਾ ਬਹੁਤ ਅੰਦਾਜ਼ਾ ਲਾਇਆ ਜਾਵੇ ਤੇ ਮਿਰਜ਼ਾ ਸਾਹਿਬ 52 ਸਾਲ ਤੱਕ ਭਾਬੀ ਰਹੇ ਨੇ। ਠੀਕ, ਇਹ ਇਸ ਤਰ੍ਹਾਂ ਹੀ। ਇਹ ਵੀ ਡਿਪੈਂਡ ਕਰਨਾ ਨਾ ਕਿ ਉਹਨਾਂ ਦਾ ਜਿਹੜਾ ਫੈਮਿਲੀ ਕੀ ਸੀ, ਕਿਉਂਕਿ ਮੇਰੇ ਇਲਮ 'ਚ ਨਹੀਂ। ਅੰਦਾਜ਼ੇ ਤੁਸੀਂ ਕਰ ਸਕਦੇ ਹੋ। ਹੁਣ ਕਾਲ ਆ ਰਹੀ ਚਲੇ ਮਸਰੂਫ ਦਲਾਲ ਤੇਰੇ ਮੂੰਹ ਚ ਭਾਬੀ। ਬਿਲਾਲ। ਅਮਨ ਭਾਈ, हाँ जी ਕੱਲ ਇੱਕ ਸਾਡੇ ਬੜੇ ਅੱਛੇ ਭਾਈ ਨੇ ਮੀਰ ਸਲੀਮ ਦੀ ਬਰਾਤ ਤੇ ਜਾ ਕੇ ਬੜੇ ਪਿਆਰ ਨਾਲ, ਬੜੇ ਸਕੂਨ ਨਾਲ ਉਹਦੀ ਹਰ ਗੱਲ ਸਖਤ ਬਰਦਾਸ਼ਤ ਕਰਕੇ ਉਹਨੇ ਸਿਰਫ ਇੰਨਾ ਪੁੱਛਿਆ ਕਿ ਤੁਸੀਂ ਇੱਕ ਵਾਰੀ ਕਹਿ ਦਿਓ ਕਿ ਮਿਰਜ਼ਾ ਸਾਹਿਬ ਸਿਰਫ ਮੁਸਲਮਾਨ ਸਨ ਜਾਂ ਕਿਸੇ ਫਿਰਕੇ ਸਨ। ਉਹਨੇ 1000 ਦਫਾ ਇਹ ਗੱਲ ਪੁੱਛੀ ਕਿ ਕਿਆ ਮਿਰਜ਼ਾ ਸਾਹਿਬ ਮੁਸਲਮਾਨ ਸਨ, ਸਿਰਫ ਮੁਸਲਮਾਨ ਸਨ? ਮੀਰ ਸਲੀਮ ਦੇ ਮੂੰਹ ਚੋਂ ਇੱਕ ਦਫਾ ਵੀ ਨਹੀਂ ਨਿਕਲਿਆ ਕਿ ਉਹ ਸਿਰਫ ਮੁਸਲਮਾਨ ਸਨ। ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਤੁਸੀਂ ਕਿਉਂ ਜਾਣਨਾ ਚਾਹੁੰਦੇ ਹੋ ਮੈਨੂੰ ਨਹੀਂ ਪਤਾ, ਲੇਕਿਨ ਇਹ ਕਿ ਮਿਰਜ਼ਾ ਸਾਹਿਬ ਦਾ ਜਿਹੜੇ ਘਰ ਦੇ ਵਿੱਚ ਜਨਮ ਹੋਇਆ ਨਾ, ਉਸ ਘਰ ਦਾ ਕੋਈ ਸੁੰਨੀ ਮਜ਼ਹਬ ਨਹੀਂ ਸੀ ਆਇਆ। ਸੌਰੀ ਯਾਰ, ਮੈਨੂੰ ਵਿੱਚ ਕਾਲ ਆ ਗਈ ਸੀ। ਹਾਂਜੀ ਬਲਾਲ ਅਨੀਸ ਸਾਹਿਬ, ਮੇਰੇ ਇਲਮ 'ਚ ਨਹੀਂ। ਹੁਣ ਮੈਂ ਐਸੇ ਹੀ ਅੰਦਾਜ਼ੇ ਤੇ ਕਰਦਾ ਰਹਾਂ, ਲਾਉਂਦਾ ਰਹਾਂ ਤੇ ਉਹ ਦਰੁਸਤ ਨਹੀਂ ਹੋਣਾ ਯਕੀਨਨ। ਮੁਸਲਮਾਨ ਨਹੀਂ, ਮੁਸਲਮਾਨ ਤੇ ਮੌਲਵੀ ਸਾਹਿਬ ਜਿਸ ਤਰ੍ਹਾਂ ਕਿ ਹੁਣ ਬਰੇਲਵੀ ਆ, ਦਿਓਬੰਦੀ ਆ, ਭਾਬੀ ਆ, ਭਾਬੀ ਵੀ ਕਹਿੰਦੇ ਨਾ ਅਸੀਂ ਮੁਸਲਮਾਨ ਆ, ਦਿਓਬੰਦੀ ਵੀ ਕਹਿੰਦੇ ਅਸੀਂ ਮੁਸਲਮਾਨ। ਮਿਰਜ਼ਾ ਸਾਹਿਬ ਦਾਵਾ ਨਬੂਵਤ ਜਾਂ ਜਿਹੜਾ ਵੀ ਉਹਨਾਂ ਦਾ ਦਾਵਾ ਸੀ 1901, ਉਸ ਤੋਂ ਪਹਿਲਾਂ ਉਹ ਸਿਰਫ ਮੁਸਲਮਾਨ ਸਨ, ਹਰ ਫਿਰਕੇ ਤੋਂ ਹਟ ਕੇ। ਮੇਰਾ ਦਾਵਾ ਨਬੂਵਤ, ਅੱਛਾ ਇਹ ਮੈਨੂੰ ਤੁਹਾਨੂੰ ਦੱਸਿਆ ਨਾ, ਕੋਈ ਨਹੀਂ ਪਤਾ ਕਿ ਉਹਨਾਂ ਦਾ ਜਿਹੜਾ ਨਾ ਕੀ ਸੀ, ਲੇਕਿਨ ਜਦੋਂ ਉਹਨਾਂ ਦੀ ਫਿਕਾ ਦੇ ਬਾਰੇ ਤਾਂ ਉਹਨਾਂ ਇਹ ਲਿਖਿਆ ਕਿ ਸਭ ਤੋਂ ਪਹਿਲਾਂ ਜੋ ਬਾਅਦ ਦੀਆਂ ਤਾਰੀਰਾਂ ਨੇ ਕਿ ਤੁਸੀਂ ਸਭ ਤੋਂ ਪਹਿਲਾਂ ਤਲਾਸ਼ ਕਰੋ ਕੁਰਾਨ ਕਰੀਮ ਕੋਲੋਂ, ਉਸ ਤੋਂ ਬਾਅਦ ਸੁਨਨਤ। ਮੌਲਵੀ ਸਾਹਿਬ ਇਹ ਤਾਂ ਸਾਰਿਆਂ ਦਾ ਇਹੀ ਮਨਹਜ ਹੈ, ਤਾਂ ਕੋਈ ਵੱਖਰੀ ਗੱਲ ਨਹੀਂ। ਫਿਰ ਤੁਸੀਂ ਜੇ ਅਗਰ ਕੋਈ ਫਿਕਾ ਦਾ ਕੋਈ ਮਸਲਾ ਕੋਈ ਐਸਾ ਨਾ ਉਹਨਾਂ ਚ ਲੱਭੇ तो फिर तुसी फिका अनफी वैसे यहाँ पे एक और सवाल उठता है कि नबी अकरम सल्लल्लाहु अलैहि वसल्लम का क्या मजहब था?
نبوت کے دعویٰ سے پہلے اقرا بسم صلی اللہ ربک علیہ الذی وسلم کے دور میں فرقے تھے ہی نہیں جو نہیں مذہب کیا تھا مذہب کیا تھا مذہب کیا تھا مذہب نہیں ابراہیمی پہ تھے جی ہاں جی وہ مذہب بہت یعنی مذہب کون سا ڈیفائن کریں مذہب کو وہ نا بہت لمیٹڈ نالج نہیں کرسچن تھے جوز تھے بدھسٹ تھے یا بت پرست تھے ابراہیمی پہ تھے بمباسٹک صاحب بہت ہی لمیٹڈ جڑے نا معلومات تاریخ چ ملدیاں نے اس وجہ تو نہیں لیکن ان کے جو تھا پورا خاندان جو کہ قریش تھا یا بنو ہاشم وہ تو کعبہ کے متولی تھے اور کعبہ کے اندر 360 بت پڑے ہوئے تھے. اوکے ماسٹر صاحب ویسے دعوے دار تو آپ لوگ بھی ہیں رسول اللہ کو ماننے والے. یہ سوال تو ویسے میرا بنتا ہے, ذرا مجھے بتائیں نا کہ رسول اللہ کا مذہب کیا تھا ویسے پہلے. ہاں نہیں وہ بڑی لمیٹڈ معلومات تاریخ سے ہمیں ملتی ہیں, اس لیے وہ بھی جس نے بھی تبصرہ کرنا ہے وہ اپنی طرف سے تبصرہ کرنا ہے. تو ان کے خاندان میں جو بت پرست بھی ہوں گے لاسٹ میں. بلال صاحب 2 منٹ گل کر لیں تو وہ نہ ٹھیک ہے جی دسو جی بمباسٹی صاحب رسول اللہ میں تے مسیحی ہاں نا, میرا تے کوئی لینا دینا, لیکن پھر بھی اسی بھی سوال ساڈے کول بھی ہے وے کہ تواڈے اگے وے کیونکہ تسی تے ٹرو مسلم ہو کہ رسول اللہ دا مذہب کی سی اصل دے وچ. یار میں کو گل کراں گا تے میں ڈر لاتا سر تن سے یا جدا ہو جائے شاطمیت. تو یہ جو سرکاری طور پہ سرٹیفائڈ مسلمان ہے وہ جواب دیں, وہ جو مرضی کہیں ان کو اجازت ہے. آپ یہ بیان کرنا چاہتے ہیں کہ کوئی بات ایسی ہے کہ جو قابل بیان نہیں ہے جن کو آپ مان کے بیٹھے ہوئے. نہیں وہ آپ مجھے علیحدہ فون پہ بات کر لینا یہاں پہ, لیکن یہاں پہ علامہ صاحب سے پوچھتے. علامہ صاحب بتائیں. نہیں علامہ صاحب سے میں پوچھ لوں گا, علامہ صاحب سے میں فون پہ پوچھ لوں گا, علامہ صاحب کا تو نمبر بھی ہے میرے پاس. آپ مجھے بتائیں کہ مرزا صاحب نے تو کہا ہے کہ وہ ایک شعر آپ لوگ اکثر پڑھتے ہیں نا کہ فیصلہ یہی ہے میں چیز کیا ہوں. میں نے نہیں ایسا کوئی شعر سنا یہ ہے فیصلہ نہیں, وہ ایسا کچھ کر کے ایک شعر ہے نا مرزا صاحب کا. اچھا آہو یارو اکثر وہ ہے میں چیز کیا ہوں, وہ ہے میں فیصلہ یہی ہے وہ ہے میں چیز کیا ہوں. فیصلہ بات دی گل ہوندی. تو اب یہ بتائیں کہ جو وہ ہے یعنی کہ رسول اللہ ہیں ان کا مذہب کیا ہے, کیونکہ مرزا صاحب تو کچھ بھی نہیں ہے, سب کچھ تو وہی ہے. تو اگر ان کا مذہب آپ لوگ کہہ رہے ہیں کہ اتنا خطرناک ہے کہ بتاتے ہوئے 295 سی لگ جانی ہے, کرسچنوں نے آپ لوگوں کے ساتھ مذاق مذوق کرنا ہے, تو پھر تو مرزا صاحب کو نہیں ماننا چاہیے تھا نا. کیا نہیں ماننا چاہیے تھا مرزا صاحب؟ رسول اللہ کو نہیں ماننا چاہیے تھا کیونکہ آپ بیان ہی نہیں کر پا رہے ان کا مذہب کیا تھا. نہیں اتنی شرمندگی والی بات ہے یہ. نہیں تو یہ تو میں تبھی آپ کو پوچھوں کہ واقعی حضرت عیسیٰ بن باپ پیدا ہوئے تھے؟ بالکل ہوئے تھے. نہیں کیسے, یہ تو سائنس تو اس کو ڈینائی کرتی ہے. سائنس کرنے دے ڈینائی, سائنس تو مرزا صاحب کے اوپر بھی ڈینائی کرتی ہے. کیا یہ مرزا صاحب نے بھی لکھا ہے کہ حضرت مسیح بن باپ کے پیدا ہوئے تھے. اب مجھے بتائیں رسول اللہ کا مذہب کیا ہے؟ نہیں آپ حضرت مرزا صاحب کو مانتے ہیں کہ ہر چیز جو انہوں نے کہی ہے وہ آپ کے دین کے مطابق ہے؟ بھائی ہماری جو بات صحیح کہیں گے وہ صحیح ہے. مجھے بتائیں رسول اللہ کا مذہب کیا تھا؟ انہوں نے تو یہ بھی کہا کہ غیر عورتوں سے جو یسوع مسیح تھے وہ سر میں تیل چسوایا کرتے تھے اور ان سے صاحب گل ود جانی ہے. میں نے ابھی آپ سے حوالہ مانگ لینا ہے, حوالہ آپ کے پاس کوئی نہیں ہونا. میں نے آپ سے حوالہ مانگ لینا ہے, حوالہ آپ کے پاس کوئی نہیں ہونا. مجھے یہ بتائیں کہ رسول اللہ کا مذہب کیا تھا؟ رسول اللہ صلی اللہ علیہ وسلم کا مذہب یہ مسلمانوں نے مجھے ابھی بتایا کہ دین ابراہیمی تھا. بھائی مسلمانوں نے کیا بتانا ہے, وہ مسلمان تو اصل مسلمان ہی نہیں ہے, وہ تو کافر ہیں سارے. آپ ہیں اصل مسلمان آپ ہیں. نہیں ان سے پوچھ لیں, وہ مان جائے تو میں پھر بتاتا ہوں کہ وہ کافر ہے. میں تو ان سے پوچھوں گا جو سچے مسلمان ہیں. آپ سچے مسلمان نہیں, آپ کہہ دیں ایک دفعہ او مسیح صاحب تسی کہہ دو کہ تسی سچے مسلمان نہیں ہو, گل ختم ہو جاتی ہے یار. ان سے میرا رسول اللہ دے نال تعلق ہی کوئی نہیں ہے. اوئے ہوئے او بھائی جوزف مسیح تینوں لگا لمبی پیسے لائے نے انہوں نے. انہوں نے کہو کہ تیری گل مان لیں میں نے کوئی کتابیں لکھنے کے لیے تو پیسے مانگے نہیں کسی سے کہ بھئی مجھے پیسے دو تو میں نے کتابیں لکھنی ہیں. مجھے بتا دے رسول اللہ کا مذہب کیا تھا. میں آپ کو یہ اللہ سے جو بھی مذہب تھا, تم تو عیسائی ہو. میں ماننے والا ہوں نا, میں مجھے پتا بھی تو چلے. نہیں تو ماننے والا ہے, تو نے کلمہ پڑھنا, تو نے مسلمان ہونا ہے. ہاں میں ہوں گا, مجھے میں بنوایا, میں ہوں گا مسلمان. چلو میں تمہیں یہ بتاتا ہوں کہ رسول اللہ صلی اللہ علیہ وسلم جو ہیں, حضرت عیسیٰ ان کے پیروں کے خاک کے برابر نہیں تھے.
ये देख लीजिए। हाँ नहीं ये सही बात है। ये अब ये बकवास करने शुरू हो गया। मैं नहीं, इमाम उलंबिया है, नबी अकरम में ये चाह रहा है कि मैं रसूलुल्लाह के ऊपर बात करूं। रसूलुल्लाह सल्लल्लाहु अलैहि वसल्लम ना मानो, कोई भी इसको ना मानो जिनके तुम्हारे पास जवाब। आमिर भाई आपको आवाज आ रही है? मान के तुम बैठे हुए हो। आमिर भाई अगर आवाज आ रही है तो इसको क्या अपनी बकवास जो है ना वो कंट्रोल में मेरे प्यारे रसूल कोई मतलब बदतमीजी नहीं कर रहा। सल्लल्लाहु अलैहि वसल्लम रसूलुल्लाह का मज़हब वो पूछ रहा हूं। हमारे लिए तमाम अंबिया जो हैं वो काबिल एहतराम है। बेशक खातमुन नबीन खातमुन रसूलुल्लाह का मज़हब मुरसलीन रहमतुल आलमीन मुहम्मदुर रसूलुल्लाह सल्लल्लाहु अलैहि वसल्लम नबियों की मोहर है। और रसूलुल्लाह का मज़हब क्या है? मोहर है उनका मज़हब क्या था? बड़ा आसान है कि उनके नबी को सच्चा साबित मेरे रसूल ने किया। अगर रसूल का मज़हब क्या था जिन्होंने सच्चा साबित किया है? झूठा नबी होता भाई आपको नहीं पता ये मिर्चें कल रात की लगी हुई हैं, ये इनसे जवाब नहीं निकल पा मैं बताता हूं जिन्होंने सच्चा साबित किया है मज़हब क्या था। अच्छा ये लोग ਇਹ ਸਵਾਲ ਉਹਨਾਂ ਕੀਤਾ ਹੈ ਕਿ ਆਪ ਸੱਲੱਲਾਹੁ ਅਲੈहि ਵਸੱਲਮ ਦਾ ਮਜ਼ਹਬ ਜਿਹੜਾ ਪਹਿਲਾਂ ਕੀ ਸੀ ਦਾਅਵਾ ਨਬੂਵਤ ਤੋਂ, ਉਹਦੇ ਬਾਰੇ ਕਿਆ ਕੋਈ ਤਾਰੀਖੀ ਹਕਾਇਕ ਸਾਡੇ ਕੋਲ ਪਹੁੰਚਦੇ ਨੇ, ਮਿਲਦੇ ਨੇ, ਉਹ ਬਿਆਨ ਕਰ ਦਿੱਤੇ ਜਾਣ ਜੇ ਕਿਸੇ ਕੋਲ ਇਲਮ ਚ ਹੈ ਨੇ, ਵਗਰਨਾ ਆਪਣੇ सबसे बड़े ਬਿਆਨ ਕਰਨ ਦੀ ਜ਼ਰੂਰਤ ਕੋਈ ਨਹੀਂ। मुसलमानों के ਗੱਲ ਖਤਮ ਹੋ ਗਈ। चुप कर जाए मौलवी साहब। मैंने तो रसूलुल्लाह की गुस्ताखी की थी यहाँ पे। असाई तू बोलेगा? बिल्कुल को नहीं की थी। अच्छा फिर ये क्यों बकवास कर रहा है मसाया के ऊपर ये मरज़ई? बिल्कुल हमारे रसूलुल्लाह के पैरों की बजाय ਇਹਦੇ ਚ ਕਰਨੀ ਜ਼ਰੂਰਤ ਹੀ ਕੋਈ ਨਹੀਂ ਮੇਰੇ ਖਿਆਲ ਵਿੱਚ। ਜਿਹੜਾ ਸਵਾਲ ਹੈ ਉਹਦਾ ਟੂ ਦਾ ਪੁਆਇੰਟ ਜਵਾਬ ਐਵੇਂ ਦੇ ਦਿਓ, नहीं तो पास कर दो, गल खत्म। नहीं उन्होंने मुझे पूछा ना कि भाई मसाया जो है वो बगैर बाप के पैदा हुए, मैंने दो टुक बता दिया। हाँ हुए बिल्कुल। अब ये मुझे दो टुक बता दें, अगर इनके पास नहीं है जवाब कि भाई रसूलुल्लाह का नबूवत से पहले क्या मज़हब था, तो मुझे बता दें कि भाई मेरे पास जवाब नहीं है, मुझे नहीं नॉलेज इसकी। बहुत ही लिमिटेड तारीख ਵਿੱਚ मालूमात मिलदियां ने, लेकिन ये पता है कि आप सल्लल्लाहु अलैहि वसल्लम की इबादत करते हैं। तो है भाई आपको असाई भाई। और चुप कर जाओ यार, मौलवी साहब से बात करने दो। नहीं यार ईसाई भाई आपको बताया तो है कि मजहब इब्राहिमी था उनका यार, अभी आप क्या चाहते हैं? जी बताएं जी मौलवी साहब। लेकिन नबी करीम का ये एहसान है कि ईसाइयों के नबी को सच्चा साबित मेरे रसूल ने किया, नहीं तो अभी तक वो झूठे होते हैं हज़रत ईसा नाउज़ुबिल्लाह। क्योंकि यहूदियों ने तो कहा था कि ना तो वो मिर्जा कादियानी एक कुत्ते का बच्चा था। अगर आप ऐसे बात करेंगे तो मैं मिर्जा कादियानी की माँ के जोधो भाई ना करें, जोधो भाई ना करें बस यार प्लीज। मैं उतार दिया यार, उतार दिया, ना करो प्लीज प्लीज। करें कोई बात नहीं भाई, ये बकवास जो है ना इनके मुंह से नॉर्मल है। इनके नज़दीक रसूलुल्लाह हज़रत ईसा अलैहिस्सलाम इनके बारे में कोई इस तरह की गुस्ताखी करना आम बात। नहीं भाई तुम बताओ ना कि रसूलुल्लाह का मज़हब क्या था नबूवत से पहले? तुम नहीं मानते क्या रसूलुल्लाह को? आगे से बकवास पे बकवास करी जा रहा है मर्ज़ई। और दूसरे उसने कहा भी ये मौलवी साहब ने कि मैंने तो कोई अभी कोई बात भी नहीं की। या तो कहे कि भाई मैंने कोई गुस्ताखी की है, या तो कोई मिर्जे कादियानी के ऊपर मैंने कोई गुस्ताखी की हो। मसाया की गुस्ताखी करना इनके सामने कोई चीज ही नहीं है। बकवास याद ते उत्तर आया सी नहीं हजरत ईसा अलैहिस्सलाम दे उत्ते। छोड़ो आमर भाई या अज़हर भाई। अल्लाह के नबी के बारे में तो कुरान में आता है ना कि वो मिल्लत इब्राहिमी पे, तो इब्राहिम अलैहिस्सलाम के बारे में आता है कि मा काना इब्राहीम यहूदिय्यन वला नसरानिय्यन वलाकिन काना हनीफन मुस्लिमा, कि वो सिर्फ मुसलमान थे। ये भी ये कह दे कि वो मुसलमान थे, मिर्ज़ा साहब वाबी नहीं थे, मुसलमान थे सिर्फ, तो हम मान जाए। ये जवाब नहीं दे रहे इस बात का, पता नहीं है क्यों, क्या मसला है। पहली बात तो ये है कि सवाल अगर किसी ने पूछा है अभी मिर्जा साहब का मजहब क्या था, जवाब ये है कि नबी पाक का मजहब क्या था। यार कोई शर्म, कोई हया, कोई आमिर भाई
आमिर भाई असल बात ये है कि मज़हब तक बात गई ही नहीं है, मसलक की बात हो रही है। सवाल ये हो रहा है कि मिर्ज़ा साहब किस मकतबा फ़िक्र से ताल्लुक़ रखते थे, या कौन सा मकतबा फ़िक्र था मिर्ज़ा ग़ुलाम अहमद कादियानी का दावा नबूवत से पहले? मज़हब पे तो सवाल ही नहीं गया। आदतन आदतन नबी पाक, तो बताओ जो भी सवाल करना है मिर्जा कादियानी के बारे में वो नबी पाक के बारे में करना है। यही तो मीर सलीम ने किया कल, वो जो लड़का बेचारा गया उसने सवाल पूछा, यही बकवास उसने कहा जी जिस फिरके में नबी पाक थे, नाउज़ुबिल्लाह मिन ज़ालिक, ऐसी ऐसी बकवास करते। 99% जो मिर्जाई है ना वो उनके अंदर वही कुछ है जो कुशली मीर के अंदर है। उसने उगल दिया, उल्टी कर दिया है, दूसरों ने रोका हुआ उल्टी को किसी ने, लेकिन अंदर तो सारा सब की यही गंद है। अच्छा, वैसे भी आमर भाई मेरा एक छोटा सा सवाल है कि जैसे अभी ये बोम्बास्टिक एक बात करके गया है, बेशक हमारा ये अकीदा या हमारा ये मानना है कि रसूलुल्लाह सल्लल्लाहु अलैहि वसल्लम जो है ये सैयदुल अंबिया है, ये बात तो ठीक है कि हम मानते हैं। लेकिन अगर मैं ये फिक्रा कहूँ एज ए मुस्लिम, मतलब मैं मुसलमान होने का मदई भी हूँ, मुस्लिम हूँ, कलमा पढ़ता हूँ, और मैं ये सवाल करता हूँ या ये जवाब मैं दे रहा हूँ कि माज़ अल्लाह ईसा अलैहिस्सलाम जो है वो रसूलुल्लाह सल्लल्लाहु अलैहि वसल्लम की जूतियों की हाँक के बराबर भी नहीं है, क्या एज ए मुस्लिम ये फिक्रा मैंने दुरुस्त है मेरे लिए? दोबारा बोलना जरा, मैं ना इस पे था ਛੱਡ ਦੋ ਅਬੂ ਬਕਰ ਭਾਈ, ਹੁਣ ਤੁਸੀਂ ਲਾਜ਼ਮੀ ਅਲਫਾਜ਼ ਦੁਬਾਰਾ ਦੁਹਰਾਣੇ ਨੇ ਜਿਹੜੇ ਉਹ ਖਬੀਸ ਭੌਂਕ ਕੇ ਗਿਆ। ਅਬੂ ਬਕਰ ਭਾਈ, ਅਸੀਂ ਵੀ ਮਸਾਇਆ ਨੂੰ ਨਾ ਸਾਰਿਆਂ ਦਾ ਸਰਦਾਰ ਮੰਨਦੇ ਆ, ਲੇਕਿਨ ਅਸੀਂ ਕਦੀ ਵੀ ਜਨਾਬੇ ਮੂਸਾ ਤੇ ਬਹੁਤ ਦੂਰ ਦੀ ਗੱਲ ਨੇ, ਜਨਾਬੇ ਮਲਾਕੀ ਹੋ ਗਏ ਜਾਂ ਜਿਹੜੇ ਖਤਵੀਮ ਦੇ ਵਿੱਚ ਪ੍ਰੋਫਿਟਸ ਆਉਂਦੇ ਨੇ, ਮਾਈਨਰ ਪ੍ਰੋਫਿਟਸ ਨੇ, ਅਸੀਂ ਉਹਨਾਂ ਦੇ ਬਾਰੇ ਵੀ ਨਹੀਂ ਕਦੀ ਇਹ ਗੱਲ ਕਰ ਸਕਦੇ। ਸਾਰੇ ਵਾਜਿਬੁਲ ਇਸਲਾਮ बिल्कुल बिल्कुल यही पॉइंट, यही पॉइंट मैं ਤੁਹਾਡੇ ਸਾਹਮਣੇ रख रहा वा कि बेशक मैं रसूलुल्लाह सल्लल्लाहु अलैहि वसल्लम सैयदुल अंबिया मैं तस्लीम करना मनना है, मेरा अकीदा है, मेरी बिलीव्स है। लेकिन आया ਜਿਹੜਾ ਉਹ ਫਿਕਰਾ ਕਹਿ ਕੇ ਗਿਆ ਹੈ ਕਿ ईसा अलैहिस्सलाम ਜਿਹੜੇ ਨੇ ਉਹਨਾਂ ਨੂੰ ਅਸੀਂ ਰਸੂਲुल्लाह सल्लल्लाहु अलैहि वसल्लम ਦੀ ਜੁੱਤੀਆਂ ਦੀ हाँक के बराबर बाज़ अल्लाह नहीं समझते हो यार तुसी। ये फिकरा दुरुस्त है? लानती हराम, चलो मैं नहीं दोहरांदा, लेकिन हराम तू मेरे हुण के मुंह चों निकल चलिया सी, नहीं लानती तो- ने ये अल्लाह दे नबी दी तालीम नहीं ए जो को ने बकवास कीता है, बिल्कुल। मैनू नहीं पता, मैं वल्ला थल्ले सा और मेरे ने कुलीग ने रोड दे उत्ते गड्डी ठोक दित्ती एक से मोटर मैं ਤਾਂ ਹੀ ਕਾਲ ਪਾਈ ਉੱਤੇ ਕਿ ਜਿਹੜਾ ਇਹ ਫਿਕਰਾ ਕਹਿ ਕੇ ਗਿਆ ਉਹਨੇ ਬੜੀ मतलब मैं उनकी मुंह मेरे निकले, मैं ਤਾਂ हो गया नबी पाक दी तालीम भी नहीं, ये मिर्जाई तालीम है, मिर्जाईयत दी तालीम है। और ये अपने मिर्जे कादियानी दे बारे भी ਇਹੋ ਜਿਹੇ ਖਿਆਲਾਤ ਹੈ, ਫਲਾਣਾ ਫਲਾਣੇ ਦੀ ਜੁੱਤੀਆਂ ਦੇ ਤੇ ਫਲਾਣਾ ਫਲਾਣੇ ਦੇ ਕੱਪੜਿਆਂ ਦੇ ਬਾਰੇ ਬੇਸ਼ਰਮੋ ਬੇਹਯਾਵੋ, ਅੱਲਾਹ ਦੇ ਸੱਚੇ ਨਬੀਆਂ ਦੇ ਬਾਰੇ ਇਹੋ ਜਿਹੇ ਬਕਵਾਸ ਕਰਦੇ ਹੋ। ਲਾਨਤੀਓ, कैसा गंद पैदा किया मिर्जा कादियानी ने यार। अल्लाह दे सच्चे नबी, किसी भी नबी, ये नहीं कि मैं जोसेफ साहब का दिल खुश करना, मूसा अलैहिस्सलाम दे बारे कमें तां भी कमें हरामजादा है, दाऊद अलैहिस्सलाम दे बारे कवे, जकरिया अलैहिस्सलाम दे बारे कवे, याह्या अलैहिस्सलाम दे बारे लफ्ज कवे, मैं कहांगा हरामजादा है। अल्लाह दे नबी दे बारे हो जो बकवास करदा पे, बंदे दा पुत्तर ही नहीं है। इन्हां कोलों कदे भी तुसीं चंगे दी उम्मीद ना रखो कि इन्हां जो एक भी हलालजादा होवेगा ते ओह कोई ऐसा फिक्रा बोलेगा जेड़ा तुहाडे दिल नूं तकलीफ नहीं देंदा। अल्लाह दे सारे नबी वाजिबुल इहतराम ने, किसी नबी दे बारे भी ਇਹੋ ਜਿਹਾ ਤੋਹੀਨ ਅਮੇਜ਼ नहीं आमिर भाई ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਅਗਰ ਤੁਸੀਂ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਬਿਆਨ ਕਰਨੀ ਹੈ ਜਾਂ ਉਹਨਾਂ ਦੀ ਅਜ਼ਮਤ ਬਿਆਨ ਕਰਨੀ ਹੈ, ਉਹਦੇ ਵਾਸਤੇ ਕਿਸੇ ਦੀ ਤਹਿਕੀਰ ਕਰਨ ਦੀ ਜ਼ਰੂਰਤ ਹੈ ਕਿ ਕਿਸੇ ਦੀ ਤਹਿਕੀਰ ਕਰਕੇ ਤੁਸੀਂ ਮਤਲਬ ਸ਼ਾਨ ਬਿਆਨ ਕਰੋ? ਭਾਈਜਾਨ ਮੇਰਾ ਖਿਆਲ ਜ਼ਰੂਰਤ ਨਹੀਂ ਹੈ। ਉਹ ਰਸੂਲullah ਦੀ ਸ਼ਾਨ ਨਹੀਂ ਸੀ ਬਿਆਨ ਕਰਦੇ, ਉਹ ਚਾਹੁੰਦਾ ਸੀ ਕਿ ਮੈਂ ਕੱਢਣਾ ਹਜ਼ਰਤ ਈਸਾ ਨੂੰ ਗਾਲ ਤੇ ਤੂੰ ਕੱਢ ਨਬੀ ਪਾਕ ਨੂੰ ਗਾਲ, ਤੇ ਮੈਂ ਇਹਨਾਂ ਮੁਸਲਮਾਨਾਂ ਦੇ ਸਾਹਮਣੇ ਡਰਾਮਾ ਕਰਾਂ। ਹਾਂਜੀ, ਅਸਲ ਉਹਦਾ ਪ੍ਰੋਗਰਾਮ ਮਿਰਜ਼ਾਈਅਤ ਐਸ ਮਿਸ਼ਨ ਕਰੇ। ਮੈਂ ਦਿਹਾੜੀ ਵੀ ਗੱਲ ਕਰਨ ਲੱਗਿਆ ਸਾਂ, ਥੱਲੇ ਸਿਕੰਦਰ ਭਾਈ ਨੇ ਆਇਤ ਲਿਖੀ ਹੈ, ਅਮਰ ਭਾਈ ਲਾ ਤਫਰਕੂ ਬੈਨ ਅਹਾਦੀ ਮਿਨ ਰਸੂਲਿhi। नहीं, ये इस्लाम की तालीम है ही नहीं, ये जो कोई ने बकवास किया है इस्लाम की तालीम नहीं है, ये इन्हां हरामजादे की तालीम हो सकती है। अच्छा आमर भाई वो एक है ना, इन्हां दी इबादत भी है, पता नहीं वो मिर्जा कादियानी दी है या मुस्लिम मौद दी है, जिहदे जो कहंदा है कि रसूलुल्लाह सल्लल्लाहु अलैहि वसल्लम दी शान दी खातर अगर तमाम अंबिया दी खातर करनी पवे ते कर दियो। बशीर ने रखा है ना, बशीरुद्दीन महमूद अहमद ने भी, मैं एक अंग्रेज नाल गल करन लगा
ਤੇ ਉਹਨੂੰ ਮੈਂ ਆਖਿਆ ਤੂੰ ਧਿਆਨ ਰੱਖਣਾ, ਤੂੰ ਨਬੀ ਪਾਕ ਦੀ ਤੋਹੀਨ ਨਹੀਂ ਕਰਨੀ, ਉਹਨਾਂ ਤੇ ਕੋਈ ਸਵਾਲ ਨਹੀਂ ਕਰਨਾ ਜਾਂ ਪਤਾ ਨਹੀਂ। ਤੇ ਕਹਿੰਦਾ ਜੇ ਤੂੰ ਨਾ ਰੋਕ ਸਕਿਆ ਤਾਂ ਮੈਂ ਹਜ਼ਰਤ ਈਸਾ ਨੂੰ ਪੈ ਜਾਣਾ ਹੀ, ਕਿਉਂਕਿ ਸ਼ੁਰੂ ਤੋਂ ਇਹਨਾਂ ਦੀ ਤਾਲੀਮ ਹੈ। ਨਹੀਂ ਪੈ ਜਾਣਾ ਨਹੀਂ ਤਾਂ ਮਿਰਜ਼ਾ ਬਸ਼ੀਰੁੱਦੀਨ ਜਿਹੜਾ ਸੀ ਉਹ ਬਿਲਕੁਲ ਐਸਾ ਨਹੀਂ ਮਿਲਦਾ ਨੇ ਪੈ ਜਾਣਾ। ਅੱਛਾ ਮੈਂ ਤੁਹਾਨੂੰ ਕੀ ਦੱਸਾਂ, ਕੋਈ ਮੁਸਲਮਾਨ ਇਹ ਲਫ਼ਜ਼ ਜਿਹੜੇ ਉਹਨੇ ਲਿਖੇ ਨੇ ਬਸ਼ੀਰ ਨੇ, ਕੋਈ ਮੁਸਲਮਾਨ ਇਹ ਲਫ਼ਜ਼ ਬੋਲੇ ਤੇ ਮੈਨੂੰ ਜੁਰਮਾਨਾ ਪਾ ਲਿਓ ਤੇ ਮੈਂ ਤੂੰ ਨਬੀ ਪਾਕ ਦੀ ਤੋਹੀਨ ਕਰੇਂਗਾ, ਹੋ ਹੀ ਨਹੀਂ ਸਕਦਾ। ਦਿਖਾਓ ਇੱਕ ਵਹਾ ਦਿਓ। ਨਹੀਂ ਆਮਰ ਭਾਈ ਮੁਸਲਮਾਨ ਨੇ ਕਿਹਾ ਹੋ ਹੀ ਨਹੀਂ ਸਕਦਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਮੁਸਲਮਾਨ ਮਾਸ਼ਾਅੱਲਾ ਬੈਠੇ ਨੇ, ਸਾਰਿਆਂ ਨੂੰ ਪਤਾ ਹੈ ਕਿ ਮੁਸਲਮਾਨ ਜਦੋਂ ਨਬੀ ਪਾਕ ਸੱਲਮ ਦੀ ਬਿਆਨ ਤਾਰੀਫ ਬਿਆਨ ਕਰਦੇ ਨੇ ਤੇ ਉਹ ਜਿੰਨੇ ਗੁਜ਼ਰ ਗਏ ਅੰਬੀਆ ਨੇ ਉਹਨਾਂ ਤੋਂ ਸ਼ੁਰੂ ਕਰਦੇ ਨੇ, ਉਹਨਾਂ ਦੀ ਤਾਰੀਫ ਬਿਆਨ ਕਰਨੀ ਸ਼ੁਰੂ ਕਰਦੇ ਨੇ ਤੇ ਫਿਰ ਆ ਕੇ ਨਬੀ ਪਾਕ ਸੱਲਮ ਦੀ ਜਿਹੜੀ ਹੈ ਨਾ ਉਹ ਫਜ਼ੀਲਤ ਬਿਆਨ ਕਰਦੇ ਨੇ। ਕਦੀ ਵੀ ਐਸਾ ਨਹੀਂ ਹੋਇਆ ਕਿ ਨਬੀ ਪਾਕ ਸੱਲਮ ਦੀ ਫਜ਼ੀਲਤ ਬਿਆਨ ਕਰਨ ਵਾਸਤੇ ਦੂਸਰੇ ਨਬੀਆਂ ਨੂੰ ਨਾਉਜ਼ ਬਿल्ला ਅਸਤਗਫਿਰullah ਉਹਨਾਂ ਨੂੰ ਡੀਗ੍ਰੇਡ ਕੀਤਾ ਜਾਏ। ਪਹਿਲਾਂ ਉਹ ਦੂਸਰੇ ਗੁਜ਼ਰ ਜਿਹੜੇ ਉਹਨਾਂ ਤੋਂ ਪਹਿਲੇ ਨਬੀ ਗੁਜ਼ਰੇ ਨੇ ਉਹਨਾਂ ਦੀ ਤਾਰੀਫ ਬਿਆਨ ਕਰਦੇ ਨੇ, ਉਹਨਾਂ ਦੀ ਫਜ਼ੀਲਤ ਬਿਆਨ ਕਰਦੇ ਨੇ, ਫਿਰ ਆ ਕੇ ਨਬੀ ਪਾਕ ਸੱਲਮ ਦੀ ਉਹ ਫਜ਼ੀਲਤ ਬਿਆਨ ਕਰਦੇ ਨੇ। ਯਾਰ ਬਕਵਾਸ ਉਹ ਕਰਕੇ ਗਿਆ ਤੇ ਯਕੀਨ ਕਰੋ ਕਿ ਵਜ਼ਾਹਤਾਂ ਸਾਨੂੰ ਦੇਣੀਆਂ ਪੈ ਰਹੀਆਂ ਨੇ ਕੈਸੀ ਪੈ ਰਹੀ ਹੈ, ਲੇਕਿਨ ਇਹ ਕਿ ਉਹ ਨਹੀਂ ਵਜ਼ਾਹਤਾਂ ਕਾਹਦੀਆਂ ਦੇਣੀਆਂ ਨੇ ਨਜਫ ਭਾਈ, ਵਜ਼ਾਹਤਾਂ ਕੋਈ ਨਹੀਂ ਹੈ। ਇਹ ਸਿਰਫ ਦੁਨੀਆ ਤੇ ਇੱਕੋ ਹੀ ਕੁੱਤਾ ਕਲਟ ਪਾਇਆ ਗਿਆ ਜਿਹੜਾ ਹਲਾ ਕਰਦੇ ਉਹਦੀ ਵੀ ਇੱਜ਼ਤ ਹੈ ਕੋਈ ਨਹੀਂ ਕਰਦੇ, ਟਾਈਮ ਆਣ ਤੇ ਉਹਨੂੰ ਵੀ ਗਾਲਾਂ ਕੱਢ ਜਾਂਦੇ ਨੇ। ਲੇਕਿਨ ਫਿਰ ਵੀ ਮੁਸਲਮਾਨਾਂ ਦੇ ਸਾਹਮਣੇ ਇੱਕ ਡਰਾਮਾ ਕਰਨ ਵਾਸਤੇ ਜਾਂ ਜਿੰਨੇ ਵੀ ਇੱਥੇ ਕ੍ਰਿਸਚਨ ਨੇ ਉਹਨਾਂ ਦੇ ਸਾਹਮਣੇ ਇੱਕ ਡਰਾਮਾ ਕਰਨ ਵਾਸਤੇ, ਉਹਨੂੰ ਡਿਫੈਂਡ ਕਰਨ ਵਾਸਤੇ ਇਹ ਦੂਜੇ ਜਿੰਨੇ ਵੀ ਪਾਕ ਹਸਤੀਆਂ ਨੇ ਉਹਨਾਂ ਦੀ ਇਹ ਜਿਹੜੇ ਨਾ ਉਹਨਾਂ ਦੇ ਬਾਰੇ ਬਕਵਾਸਾਤ ਕਰਨਾ ਸ਼ੁਰੂ ਕਰ ਛੱਡਦੇ ਨੇ। ਅੱਛਾ ਇਹ ਨਹੀਂ ਕਰੋ ਮੈਂ ਬੋਲੋ ਆਮਰ ਭਾਈ। ਅੱਛਾ ਨਹੀਂ ਮੈਂ ਸਿਰਫ ਇੰਨਾ ਕਹਿ ਰਿਹਾ ਸੀ ਕਿ ਨਜ਼ਰ ਭਾਈ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਦਿਫਾ ਕਰਨਾ ਪੈ ਰਿਹਾ, ਅਸੀਂ ਦਿਫਾ ਨਹੀਂ ਕਰ ਰਹੇ, ਬਲਕਿ ਅਸੀਂ ਇਹ ਵਿਖਾ ਰਹੇ ਹਾਂ ਕਿ ਭਾਈ ਉਹ ਜਿਹੜੇ ਮਰਜ਼ਈ ਨੇ ਉਹਨਾਂ ਦਾ ਇਹ ਦਾਅਵਾ ਹੈ ਹਕੀਕੀ ਮੁਸਲਮਾਨ, ਹਕੀਕੀ ਇਸਲਾਮ। ਤੇ ਭਾਈ ਸਾਹਿਬ ਜਿਹੜਾ ਇਸਲਾਮ ਹੈ ਵੀ ਉਹਦੇ ਵਿੱਚ ਇਹੋ ਜਿਹੇ ਕੋਈ ਅਕਾਇਦ ਨਹੀਂ ਪਾਏ ਜਾਂਦੇ ਕਿ ਅਸੀਂ ਮਾਜ਼ਅੱਲਾ ਦੂਸਰੇ ਅੰਬੀਆ ਦੀ ਜਿਹੜੀ ਤੋਹੀਨ ਕਰੀਏ, ਲੇਕਿਨ ਮਰਜ਼ਈਅਤ ਦੇ ਵਿੱਚ ਇਹ ਤਾਲੀਮ ਮੌਜੂਦ ਹੈ ਕਿ ਤੁਸੀਂ ਦੂਸਰੇ ਨਬੀਆਂ ਦੀ ਤੋਹੀਨ ਕਰੋ। ਔਰ ਜਿਹੜਾ ਵੀ ਇਹ ਇਲਜ਼ਾਮ ਹੈ ਇੱਕ ਜਿਹੜਾ ਲੈ ਕੇ ਆਉਂਦੇ ਨੇ ਰਸੂਲullah सल्लल्लाहु अलैहि वसल्लम ਦੀ ਜ਼ਾਤ ਦੇ ਉੱਤੇ ਵੀ ਕਿ ਉਹਨਾਂ ਦੀ ਇੱਜ਼ਤ ਔਰ ਇਹਤਰਾਮ ਨੂੰ ਬਚਾਉਣ ਵਾਸਤੇ ਜਾਂ ਉਹਨਾਂ ਦੀ ਸ਼ਾਨ ਨੂੰ ਬਚਾਉਣ ਵਾਸਤੇ ਅਸੀਂ ਦੂਸਰੇ ਨਬੀਆਂ ਦੀ ਤੋਹੀਨ ਕਰੀਏ। ਇਹ ਤਾਲੀਮ ਮਰਜ਼ਈਅਤ ਦੀ ਭਾਈ ਇਸਲਾਮ ਦੀ ਨਹੀਂ ਹੈ। ਸਿਰਫ ਇਹ ਪੁਆਇੰਟ ਅਸਾਂ ਸਾਹਮਣੇ ਰੱਖਿਆ ਹੋਇਆ ਕਿ ਇਹ ਤਾਲੀਮ ਇਸਲਾਮ ਦੀ ਨਹੀਂ ਹੈ। ਪਾਲ ਦੀ ਫਤਿਹ ਮਸੀਹ ਜਾਂ ਬਾਕੀ ਦੂਜਿਆਂ ਨੇ ਕੀਤੇ ਸਨ, ਜਿਹੜੀ ਇਬਾਰਤਾਂ ਦੇ ਉੱਤੇ ਇਤਰਾਜ਼ ਉਹ ਕਰਦੇ ਸਨ, ਉਹੀ ਇਬਾਰਤਾਂ ਤੇ ਅੱਜ ਕੱਲ ਮਰਜ਼ਈ ਪੜ੍ਹ ਕੇ ਤੇ ਕਰਨ ਦੇ ਨੇ ਇਤਰਾਜ਼ ਰਸੂਲullah ਦੇ ਉੱਤੇ। ਜੀ ਮੁਸਲਮ ਦੀ ਹਦੀਸ ਤੇ ਬੁਖਾਰੀ ਦੀ, ਹਾਂ ਉਹੀ ਕੰਮ ਤੇ ਕਰਨ ਦੇ ਨੇ। ਤੇ ਫਿਰ ਹੁਣ ਤੇ ਇਹਨਾਂ ਦਾ ਕੰਮ ਹੀ नहीं बनता कि जी वो ईसाई जो थे पादरी वो ये एतराज़ करते थे, वो एतराज़ करते थे, इसलिए मिर्ज़ा खंजीर को ये मौका मिल गया कि वो मसाया के ऊपर बकवास करे, वो भौंके मसाया के ऊपर। नहीं असल ये मिर्ज़ायत ऐदा ही ना है कि उन्होंने दे हाँ किसी की भी इज्जत नहीं है सवाए मिर्ज़ा कादियानी दे, उन्होंने दे नज़दीक कोई भी वाजिब उल एहतराम नहीं है, सब नूं पै जांदे ने। ये नहीं कि भाई वो हज़रत ईसा अलैहिस्सलाम नूं पै गया है, वो नबी पाक नूं भी पै जांदे ने। ਇਹ ਕੱਲ ਸਲੀਮ ਮੀਰ ਪੈ ਨਹੀਂ ਗਿਆ। ਮਿਰਜ਼ਾਇਤ ਸਾਰਿਆਂ ਦਾ ਹੀ ਨਾਂ ਹੈ ਕਿ ਇਹਨਾਂ ਦੇ ਹਾਂ ਇਹਤਰਾਮ ਇੱਜ਼ਤ ਨਾਂ ਦੀ ਕੋਈ ਚੀਜ਼ ਮਜ਼ਹਬ ਵਿੱਚ ਪਾਈ ਨਹੀਂ ਜਾਂਦੀ। ਅਸੀਂ ਚਲੋ ਠੀਕ ਹੈ ਕਿ ਥੋੜੇ ਜ਼ਿਆਦਾ ਸਾਡੇ ਬੰਦੇ ਸੈਂਸਿਟਿਵ ਹੋ ਜਾਂਦੇ ਨੇ, ਕਈ ਵਾਰੀ ਥੋੜੀ ਜਿਹੀ ਉਹਦੇ ਚ ਆ ਜਾਂਦੀ ਹੈ ਸ਼ਾਇਦ ਮਸਨੂਵੀਅਤ ਵੀ ਆ ਜਾਂਦੀ ਹੋਵੇਗੀ, ਲੋਕ ਪਸੰਦ ਨਹੀਂ ਕਰਦੇ ਕਿ ਐਡਾ ਵੀ ਸੈਂਸਿਟਿਵ ਕਿਉਂ ਹੋ ਜਾਣਾ। ਲੇਕਿਨ ਇਹ ਜਿਹੜੀ ਬਕਵਾਸ ਹੈ ਜਾਂ ਇਹੋ ਜਿਹੀ ਕੋਈ ਸੋਚ ਹੈ ਉਹ ਪਾਈ ਨਹੀਂ ਜਾਂਦੀ ਮੁਸਲਮਾਨਾਂ ਦੇ, ਕਿਉਂਕਿ ਇਹ ਇਸਲਾਮ ਦੀ ਤਾਲੀਮ ਹੀ ਨਹੀਂ ਹੈ ਨਾ। ਇਹ ਤੇ ਸਿੱਧਾ ਸਿੱਧਾ ਗਾਲਾਂ ਕੱਢਣੀਆਂ ਨੇ ਤੁਸੀਂ ਅੱਲਾ ਦੇ ਨਬੀਆਂ ਨੂੰ, ਇਹ ਤਾਂ ਗਾਲਾਂ ਕੱਢਣ ਵਾਲੀ ਗੱਲ ਹੈ ਨਾ। ਉਹ ਕੱਢਣੀਆਂ ਨੇ ਤੇ ਉਂਝ ਹੀ ਕੱਢ ਲਓ, ਤੇ ਵਾਸਤੇ ਨਬੀ ਪਾਕ ਦਾ ਨਾਮ ਲੈਣ ਦੀ ਕਿਹੜੀ ਲੋੜ। ਇਸੇ ਹਰਾਮ ਹੁਣ ਮੇਰੇ ਕੋਲ ਬਕਵਾਸ ਹੀ ਬਾਰ-ਬਾਰ ਨਿਕਲਦਾ ਪਿਆ। ਛੱਡੋ ਦਫਾ ਕਰੋ ਆਮਰ ਭਾਈ। ਕੀ ਕਰਨਗੇ ਓਏ, ਉਹ ਤੁਹਾਨੂੰ ਅੱਲਾ ਦੇ ਨਬੀ ਨੇ ਆਖਿਆ ਤੁਸੀਂ ਉਹ ਜ਼ਾਨੀਆਂ ਦੀ ਔਲਾਦ ਹੋ ਕੇ ਪਤਾ ਨਹੀਂ ਕੀ ਬਕਵਾਸ ਨਬੀ ਪਾਕ ਦੇ ਮੱਥੇ ਲਾ ਲਾ ਕੇ ਲੋਕਾਂ ਨੂੰ ਗਾਲਾਂ ਕੱਢਣਗੇ। ਹਾਲਾਂਕਿ ਅੱਲਾ ਦੇ ਨਬੀ ਦੀ ਐਸੀ ਕੋਈ ਹਦੀਸ ਨਹੀਂ ਕਿ ਮੇਰੀ ਉਮਤ ਵਿੱਚ ਹਰਾਮੀਆਂ ਦੀ ਕਸਰਤ ਹੋ ਜਾਏਗੀ, ਤਾਦਾਦ ਹੋ ਜਾਏਗੀ। ਇਹੋ ਜਿਹੇ ਮਨ ਘੜਤ ਕੋਲ ਤੇ ਕਈ ਜਗ੍ਹਾ ਕਿਤਾਬਾਂ 'ਚ ਲਿਖੇ ਹੋਣਗੇ। ਹਰ ਆਮਰ ਭਾਈ ਤੁਹਾਨੂੰ ਇੱਥੇ ਮਦਦ ਦੀ ਗੱਲ ਦੱਸਾਂ,
ਇਹ ਕਹਿੰਦੇ ਨੇ ਆਖਰੀ ਦੌਰ ਦੇ ਵਿੱਚ ਹਰਾਮੀਆਂ ਦੀ ਕਸਰਤ ਹੋ ਜਾਏਗੀ ਤੇ ਉੱਤੋਂ ਇਹ ਕਹਿੰਦੇ ਨੇ ਆਖਰੀ ਦੌਰ 'ਚ ਸਾਰਿਆਂ ਤੋਂ ਬਹੁਤੀ ਤਾਦਾਦ ਸਾਡੀ ਹੋਣੀ ਹੈ। अच्छा पर भाई लकी अच्छा सलाम अमर भाई दे रहे एक थले सिर्फ लकी संधू एक सिर्फ अच्छा अमर भाई एक पॉइंट सिर्फ ਤੁਹਾਡੇ ਸਾਹਮਣੇ ਮੈਂ ਰੱਖ ਲਵਾਂ ਵਾਂ ਛੋਟਾ ਜਿਹਾ ਇਹ ਜਿਹੜੇ ਪਿੱਛੇ 2-3 ਦਿਨ ਤੋਂ ਤੁਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤੀ ਹੈ ਨਾ ਤੁਸੀਂ ਮਤਲਬ ਇਹ ਪੁਰਾਣੀ ਜਿਹੜੀਆਂ ਕਿਤਾਬਾਂ ਨੇ ਜਾਂ ਅਹਿਲੇ ਹਦੀਸ ਅਖਬਾਰ ਹੈ ਜਾਂ ਔਰ ਦੂਸਰੀ ਕਿਤਾਬ ਹੈ ਉਹਦੇ ਵਿੱਚੋਂ ਜਿਹੜੀਆਂ ਤੁਸੀਂ ਇਹ ਚੀਜ਼ਾਂ ਪੇਸ਼ ਕਰ ਰਹੇ ਹੋ ਪਿਛਲੇ 2-3 ਦਿਨ ਤੋਂ ਉਹਦੇ ਵਿੱਚ ਵੀ ਤੁਸੀਂ ਇਹੀ ਚੀਜ਼ ਸਾਹਮਣੇ ਲੈ ਕੇ ਆ ਰਹੇ ਹੋ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਜਿਹੜਾ ਹੈ ਇਹਨੇ ਹਿੰਦੂਆਂ ਨੂੰ ਔਰ ਕ੍ਰਿਸਚਨਾਂ ਨੂੰ ਇਸ ਚੀਜ਼ ਤੇ ਮਜਬੂਰ ਕੀਤਾ ਉਸ ਦੌਰ ਵਿੱਚ ਪਾਦਰੀਆਂ ਨੂੰ ਕਿ ਭਈ ਉਹ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਕਵਾਸ ਕਰਨ ਜਿਹੜੀਆਂ ਕਿ ਤੁਸੀਂ ਸਾਹਮਣੇ ਲਿਆਂਦੀਆਂ ਨੇ ਔਰ ਉਸ ਬਿਲਕੁਲ ਸਾਫ਼ ਪ੍ਰੂਫ ਮਿਲਦਾ ਹੈ। ਉਹ ਨੇਕ ਰਾਮ ਨੇ ਵੀ ਇਸ ਚੀਜ਼ ਦਾ ਇਕਰਾਰ ਕੀਤਾ ਜਿਹੜੀ ਉਹਨੇ ਤਕਸੀਦੇ ਬਰਾਦੇ ਅਹਿਮਦੀਆ ਦੇ ਬਾਰੇ 'ਚ ਵੀ ਉਹਨੇ ਨੋਟ ਲਿਖਿਆ ਕਿ ਨਾ ਮਿਰਜ਼ਾ ਕਾਦੀਆਨੀ ਇਹੋ ਜਿਹੀ ਹਰਕਤ ਕਰਦਾ ਤੇ ਨਾ ਅਸੀਂ ਇਹ ਕੰਮ ਕਰਦੇ ਮਤਲਬ ਉਹਨਾਂ ਦੇ ਇਕਰਾਰ ਵੀ ਇਹ ਮੌਜੂਦ ਨੇ ਤੇ ਇਹ ਬਿਲਕੁਲ ਸੇਮ ਉਹੀ ਰੂਟੀਨ ਇਹਨਾਂ ਦੀ ਚੱਲਦੀ ਆ ਰਹੀ ਹੈ ਕਿ ਹੁਣ ਵੀ ਜਿਹੜਾ ਇਹਨਾਂ ਵੀ ਇਹ ਹਰਕਤ ਕੀਤੀ ਹੈ ਜਾਂ ਜਿਹੜੇ ਵੀ ਮਰਜ਼ਈ ਹਰਕਤ ਕਰਦੇ ਨੇ ਉਹਦੇ ਵਿੱਚ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਤਾਂ ਕਿ ਜਿਹੜਾ ਮੁਹਾਲਫ ਹੈ ਉਹ ਚਾਹੇ ਕ੍ਰਿਸਚੀਅਨ ਹੋਵੇ ਜਾਂ ਜਿਹੜਾ ਵੀ ਹੋਵੇ ਕਿ ਉਹ ਮਤਲਬ ਐਸ ਮਤਲਬ ਉਹ ਕੰਡੀਸ਼ਨ ਤੇ ਆ ਜਾਵੇ ਕਿ ਉਹ ਵੀ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਕਹਿ ਦੇਵੇ ਕਿ ਜਿਹੜੀ ਨਾ ਚੀਜ਼ ਹੋਵੇ ਸਹੀ ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਅਮੀਤ ਅਗਰਵਾਲ ਦੇ ਗਰੁੱਪ ਦੇ ਵਿੱਚ ਉਹਨਾਂ ਜੋ ਕੁਝ ਕੀਤਾ ਹੈ ਉਹ ਰਿਜ਼ਲਟ ਵੀ ਤੁਹਾਡੇ ਸਾਹਮਣੇ ਹੈ। ਜੋਸਫ ਸਾਹਿਬ ਵੀ ਉਸ ਚੀਜ਼ ਨੂੰ ਜਾਣਦੇ ਨੇ ਇਹ ਮਜਬੂਰ ਕਰਦੇ ਨੇ ਉਹਨਾਂ ਨੂੰ ਹਾਲਾਂਕਿ ਇਹ ਤਾਲੀਮ ਸਾਡੀ ਨਹੀਂ ਹੈ ਇਹ ਮਜਬੂਰ ਕਰਦੇ ਨੇ ਕਿ ਭਈ ਇਹ ਜਿਹੜਾ ਮੁਹਾਲਫ ਨੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਕਰਨ ਕਿ ਜਿਹਨੂੰ ਫਿਰ ਉਹ ਹਾਈਲਾਈਟ ਕਰਨ ਤੇ ਆਖਣ ਵੀ ਇਹ ਵੇਖੋ ਜੀ ਫਲਾਣੇ ਨੇ ਇਹ ਕਰ ਦਿੱਤਾ ਫਲਾਣੇ ਨੇ ਇਹ ਕਰ ਦਿੱਤਾ ਇਹ ਮਰਜ਼ਈਆਂ ਦਾ ਵਤੀਰਾ ਮਰਜ਼ਈਆਂ ਦਾ ਕੰਮ ਹੀ ਹੈ ਔਰ ਸ਼ੁਰੂ ਤੋਂ ਹੀ ਆਈ ਹੈ ਮਿਰਜ਼ਾ ਕਾਦੀਆਨੀ ਤੋਂ ਲੈ ਕੇ ਅੱਜ ਤੱਕ ਇਹੀ ਕੰਮ ਕਰਦੇ ਨੇ ਪਏ ਬਸ ਇੰਨੀ ਜਿਹੀ ਮੈਂ ਚੀਜ਼ ਹਾਈਲਾਈਟ ਕਰਨੀ ਸੀ। ਮਿਰਜ਼ਾਈਆਂ ਦਾ ਕੁਛ ਨਹੀਂ ਹੈ ਵੇ ਤੁਸੀਂ ਗੈਰ ਮੁਸਲਿਮਾਂ ਕੋਲੋਂ ਇਸਲਾਮ ਨੂੰ ਪੈਗੰਬਰ ਇਸਲਾਮ ਨੂੰ ਗਾਲਾਂ ਕਢਾਓ ਇਹ ਹੁਣ ਵੀ ਜਿਹੜੀ ਉਹਨੇ ਹਰਕਤ ਕੀਤੀ ਹੈ ਨਾ ਇਹਦੇ ਪਿੱਛੇ ਵੀ ਉਹ ਸੋਚਕਾਰ ਫਰਮਾਏ ਵਰਨਾ ਜਦੋਂ ਮਿਰਜ਼ਾ ਕਾਦੀਆਨੀ ਦਾ ਆਪਣਾ ਇਹ ਦਾਵਾ ਹੈ ਕਿ ਇਬਨ ਮਰੀਮ ਕੇ ਜ਼ਿਕਰ को छोड़ो उससे बेहतर गुलाम अहमद है ਉਹਨੇ ਇਹ ਲਫ਼ਜ਼ ਜਿਹੜੇ ਨਬੀ ਪਾਕ ਦੇ ਵਾਸਤੇ ਆਖੇ ਨੇ ਆਪਣੀ ਮਿਰਜ਼ਤ ਬਾਰੇ ਕਿਉਂ ਨਹੀਂ ਆਖੇ ਉਹਦਾ ਨਾਂ ਲੈ ਕੇ ਕਿਉਂ ਨਹੀਂ ਆਖਿਆ ਨਬੀ ਪਾਕ ਦਾ ਉਹਨੇ ਨਾਂ ਤਾਂ ਲਿਆ ਕਿ ਕੋਈ ਬੰਦਾ ਕ੍ਰਿਸਚਨ ਸੁਣੇ ਤੇ ਸਿੱਧਾ ਆਗੂ ਨਬੀ ਪਾਕ ਨੂੰ ਪਵੇ ਵਰਨਾ ਉਹਨੂੰ ਮਿਰਜ਼ਾ ਦਾ ਨਾਂ ਲੈ ਕੇ ਕਹਿਣਾ ਚਾਹੀਦਾ ਸੀ ਨਾ दावा तो मिर्जा कादियानी दा है इब्ने मरियम के जिक्र को छोड़ो उससे बेहतर गुलाम अहमद है नबी पाक सल्लल्लाहु अलैहि वसल्लम दा ते असरां दा कोई दावा नहीं है जिस तरह दी बकवास उन्हें कीती है मैं दस्या कि पूरे इस्लाम दी तुसी लिटरेचर खोलो ज़ईफ तो ज़ईफ गल भी नहीं इहो जी मिलण लगी है जिहड़ी इन्हें बकवास की बल्कि इस्लाम दी तालीम है कि किसी भी नबी दी तौहीन किसी भी शक्ल च जायज़ नहीं है किसी भी शक्ल च सब दी इज्जत है हाँ दर्जे ने अल्लाह ताला ने बनाए जिन्होंने अल्लाह ताला ज्यादा इज्जत देना चाहता है उन्होंने ज्यादा दवे लेकिन ਅਸੀਂ ਉਹਨਾਂ ਚੋਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਇਹ ਤੇ ਸਿੱਧੀ ਸਿੱਧੀ ਗਾਲ ਬਕਵਾਸ ਫਿਰ ਨਾ ਆਪਣਾ ਲੈ ਕੇ ਗਾਲ ਕੱਢੋ ਜੇ ਕੱਢਣੀ ਹੈ ਤੇ ਉਹਦੇ ਟਿਕਵਾਓ ਮੰਜੀ ਤੁਸੀਂ ਪੈਗੰਬਰ ਇਸਲਾਮ ਨੂੰ ਅੱਗੇ ਭਾਈ ਉਦੋਂ ਵੀ ਇੰਜ ਹੀ ਹੁੰਦਾ ਸੀ ਮਿਰਜ਼ਾ ਕਾਦੀਆਨੀ ਨੂੰ ਕੋਈ ਕ੍ਰਿਸਚਨ ਅਗਰ ਕੋਈ ਕਹਾਣੀ ਅੱਖ ਨਾਲ ਵੇਖ ਵੀ ਲੈਂਦਾ ਸੀ ਨਾ ਇਹ ਖਬੀਸ ਕਹਿੰਦਾ ਹੁੰਦਾ ਸੀ ਇਹ ਰਸੂਲ ਅੱਲਾਹ ਦੀ ਤੋਹੀਨ ਹੋ ਗਈ ਹੈ ਗੁਸਤਾਖੇ ਰਸੂਲ ਨੇ ਇਹਨਾਂ ਮੈਨੂੰ ਕਾਣੀਆਂ ਅੱਖ ਨਾਲ ਵੇਖਿਆ ਇਹਦਾ ਮਤਲਬ ਇਹਨਾਂ ਰਸੂਲ ਅੱਲਾਹ ਦੀ ਤੋਹੀਨ ਕੀਤੀ ਹੈ ਉਹ ਮੁਸਲਮਾਨ ਨੂੰ ਉੱਠ ਜਾਓ ਜਿਵੇਂ ਉਹ ਜੜਾਂ ਵਾਲੇ ਦੇ ਵਿੱਚ ਉਹਨੇ ਸਪੀਕਰ ਤੇ ਆਵਾਜ਼ ਨਹੀਂ ਸੀ ਦਿੱਤੀ ਇੰਜ ਹੀ ਆਵਾਜ਼ਾਂ ਦਿੰਦਾ ਹੋਏਗਾ ਮਿਰਜ਼ਾ थोड़ा यार बंदा भेजेगा इधर ये पेट्रोल पंप के पास वो ट्रांसपोर्टर को उधर से बुलाना पड़ेगा साइकिल से क्या भी करना सी ना वारदात करनी सी तो उन्हें क्या देखो जी इस्लाम ਨੂੰ ਢਾਣ ਦੀ ਕੋਸ਼ਿਸ਼ ਹੋ ਰਹੀ ਇਸਲਾਮ ਦੀ ਬੇਖੁਨੀ ਦੀ ਕੋਸ਼ਿਸ਼ ਹੋ ਰਹੀ ਕਿਹੜੀ ਮੈਨੂੰ ਸਾਖ ਨਹੀਂ ਬੰਦੀ ਬੇਗਮ ਦਾ ਲੈ ਦੱਸੋ ਬੰਦੀ ਬੇਗਮ ਨੂੰ इस्लाम की बेखुनी के लिए होगी इस्लाम की इमारत गिराने की कोशिश की जा रही है उमर भाई अपना माइक बंद करें 1991 ਦਾ ਜਿਹੜਾ ਇਸ਼ਤਿਹਾਰ ਹੈ ਮਜਮੂਆ ਇਸ਼ਤਿਹਾਰਾਤ ਵਿੱਚ ਉਹਦੇ ਤੁਸੀਂ ਖੋਲ ਕੇ ਵੇਖੋ ਨਾ इस्लाम की इमारत गिराने की कोशिश की गई है इस्लाम पर तलवार चलाने की कोशिश हो लानतिया दस इस्लाम ਦਾ ਇਹਦੇ ਨਾਲ ਕੀ ਤਲਕ ਹੈ ਮੁਹੰਮਦੀ ਬੇਗਮ ਦਾ ਸਾਕ ਲੈਣਾ ਹੈ ਜੇ ਉਹ ਨਹੀਂ ਦਿੰਦੇ ਜਾਂ ਦਿੰਦੇ ਨੇ ਤੂੰ ਇਹਨੂੰ ਇਸਲਾਮ ਨਾਲ ਕਿਉਂ ਨੱਥੀ ਕਰਨ ਲੱਗੇ ਵੀ ਇੱਜ਼ਤ ਬੇਇੱਜ਼ਤੀ ਤੇਰੀ ਜਿਹੜੀ ਹੈ ਤੇਰੇ ਨਾਲ ਹੈ ਉਹਦਾ ਇਸਲਾਮ ਨਾਲ ਕੀ ਤਾਲੁਕ ਹੈ ਕਿ ਇਸਲਾਮ ਦੀ ਇਮਾਰਤ ਹੈ ਚੱਲੀ ਹੈ ਇਹਦਾ ਮਤਲਬ ਇੱਜ਼ਤ ਬੇਇੱਜ਼ਤੀ ਉਹਦੀ ਮਿਰਜ਼ਾ ਇਹ ਸਾਕ ਨਾਲ ਸੀ ਨਜਬ ਭਾਈ ਕਿ ਇਹ ਸਾਰੀ ਜ਼ਿੰਦਗੀ ਉਹਨਾਂ ਦੇ ਮਗਰ ਪਿਆ ਰਿਹਾ ਹੈ ਬੱਚੀ ਦਾ ਰਿਸ਼ਤਾ ਮੰਗਦਾ ਰਿਹਾ
ਉਹਨਾਂ ਦੇ ਤਰਲੇ ਕਰਦਾ ਰਿਹਾ। ਆਪਣੇ ਮੁੰਡੇ ਨੂੰ ਵੀ ਇਹਨੇ ਧਮਕੀਆਂ ਦਿੱਤੀਆਂ ਕਿ ਮੈਂ ਤੈਨੂੰ ਜਾਇਦਾਦ ਤਬਾਹ ਕਰ ਦਿਆਂਗਾ ਤੇ ਫਲਾਨ ਕਰ ਦਿਆਂਗਾ, ਤੇ ਜਦੋਂ ਰਿਸ਼ਤਾ ਨਹੀਂ ਦਿੱਤਾ ਤੇ ਫਿਰ ਉਹਨਾਂ ਦੇ ਉੱਤੇ ਵੀ ਤੋਹੀਨ ਦਾ ਇਲਜ਼ਾਮ ਲਾ ਦਿੱਤਾ ਗਿਆ। ਇਹ ਜੀ ਉਹ ਵੀ ਤੋਹੀਨ ਕਰਦੇ ਹੁੰਦੇ ਸਨ ਬਈ, ਉਹ ਤੋਹੀਨ ਕਰਦੇ ਸਨ ਤੇ ਜਾ ਕੇ ਪਰਚਾ ਕਟਾ ਉਹਨਾਂ ਦੇ ਉੱਤੇ। ਤੂੰ ਉਹਨਾਂ ਕੋਲੋਂ ਬੱਚੀ ਮੰਗਣ ਦਾ ਇਹ ਸੇਮ ਯਾਨੀ ਕਿ ਅੱਜ ਦੇ ਦੌਰ 'ਚ ਵੀ ਇੰਜ ਹੋ ਰਿਹਾ ਕਿ ਕਿਸੇ ਕੋਲੋਂ ਬਦਲਾ ਲੈਣਾ ਹੋਵੇ ਤੇ ਇੰਜ ਦਾ ਇਲਜ਼ਾਮ ਲਾ। ਹਾਂ ਬਿਲਕੁਲ ਇੰਜ ਹੈ। ਹਾਂ ਅੱਜ ਦੇ ਦੌਰ 'ਚ ਵੀ ਇੰਜ ਹੋ ਰਿਹਾ। ਮਤਲਬ ਕਿ ਮਿਰਜ਼ਾ ਸਾਹਿਬ 100 ਸਾਲ ਅੱਗੇ ਸਨ। ਹਾਂ ਮਿਰਜ਼ਾ ਸਾਹਿਬ ਸੀਨ ਅਲੀ ਸਾਹਿਬ ਸ਼ਦਾਦ ਖੁਰਮ ਨੂੰ ਚੁੱਕਿਓ ਉੱਤੇ ਚੁੱਕੋ ਜੀ ਚੁੱਕੋ। ਅੱਛਾ ਆਮਰ ਭਾਈ, ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਸਾਡੇ ਦੋ ਕਮਿਊਨਿਟੀਆਂ ਦੇ ਦਰਮਿਆਨ ਅਗਰ ਕਦੀ ਕੋਈ ਫਸਾਦ ਹੋ ਜਾਂਦਾ ਹੈ ਪਾਕਿਸਤਾਨ ਦੇ ਵਿੱਚ, ਇਹਦੇ ਵਿੱਚ ਵੀ ਤਕਰੀਬਨ ਸਮਝ ਲਓ ਤੁਸੀਂ 90% ਕਿਧਰੇ ਨਾ ਕਿਧਰੇ ਕਿਸੇ ਨਾ ਕਿਸੇ ਪਾਸੇ ਮਰਜ਼ਈ ਲਾਜ਼ਮੀ ਮੁਲਵਸ ਹੋਵੇਗਾ। ਮੈਂ ਨਹੀਂ ਮੰਨਦਾ ਕਿ ਮਰਜ਼ਈ ਮੁਲਵਸ ਨਾ ਹੋਵੇ। 100% ਮੈਨੂੰ ਯਕੀਨ ਹੈ। ਜਿਹੜਾ ਇਹਦੇ ਵਿੱਚ ਵਾਕਿਆ ਹੋਇਆ ਇਹ ਇਹਨਾਂ ਮਰਜ਼ਈਆਂ ਨਹੀਂ ਕਰਵਾਇਆ। ਇਹਦੇ ਵਿੱਚ ਉਹੀ ਮੈਂ ਕਹਿ ਰਿਹਾ ਵਾਂ ਕਿ ਇਹ ਬੜਾ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਕਿ ਸਾਡੇ ਦੋਨੋਂ ਕਮਿਊਨਿਟੀਆਂ ਦੇ ਵਿੱਚ ਜਿਹੜਾ ਨਾ ਇਹ ਸ਼ੌਰ ਉਜਾਗਰ ਕੀਤਾ ਜਾਵੇ। ਸਾਨੂੰ ਇਹ ਚੀਜ਼ ਦਾ ਸ਼ੌਰ ਦਿੱਤਾ ਜਾਵੇ ਕਿ ਬਈ ਸਾਡੇ ਕੀ ਅਕਾਇਦ ਨੇ ਜਾਂ ਸਾਡੇ ਕੀ ਮਸਾਇਲ ਨੇ ਜਾਂ ਕਿਸ ਤਰ੍ਹਾਂ ਸਾਡੇ ਨਾਲ ਚੱਕਰ ਚੱਲਦਾ ਪਿਆ। ਇਹ ਸ਼ੌਰ ਅਗਰ ਸਾਡੇ ਦੋਨਾਂ ਕਮਿਊਨਿਟੀਆਂ 'ਚ ਆ ਜਾਵੇ ਨਾ ਤਾਂ ਸਾਡੇ ਬੜੇ ਮਸਲੇ ਹੱਲ ਹੋ ਜਾਂਦੇ ਨੇ। ਕਿਉਂਕਿ ਸਾਡੇ ਮੁਸਲਮਾਨਾਂ ਦੇ ਵਿੱਚ ਵੀ ਹੈ ਨੇ ਬਹੁਤ ਸਾਰੇ ਐਸੇ ਜੋਹਲਾ ਮੌਜੂਦ ਨੇ ਕਿ ਜਿਹੜੇ ਕੁਛ ਨਹੀਂ ਵੇਂਦੇ ਤੇ ਅੰਨੇ ਬਾਅਦ ਜਿਹੜਾ ਨਾ ਪੈ ਜਾਂਦੇ ਨੇ। ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਅੰਦਰ ਮੌਜੂਦ ਨੇ, ਲੇਕਿਨ ਇਹ ਸ਼ੌਰ ਦੇਣ ਦੀ ਬੜੀ ਜ਼ਰੂਰਤ ਹੈ, ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਾਡੇ ਦੋਨੋਂ ਕਮਿਊਨਿਟੀਆਂ ਦੇ ਮਸਾਇਲ ਖਤਮ ਹੋ ਜਾਂਦੇ ਨੇ। ਯਕੀਨ ਕਰੋ ਅਬੂ ਬਕਰ ਭਾਈ, ਉਹ ਜਿਸ ਤਰ੍ਹਾਂ 9 ਮਈ ਨੂੰ ਉਹ ਫੌਜੀ ਟਰੱਕ 'ਚੋਂ ਬੰਦੇ ਨਹੀਂ ਢਲਦੇ ਸਿਵਲ ਵਰਦੀਆਂ ਤੇ ਉਹ PTI ਵਾਲਿਆਂ ਨੇ ਵੀਡੀਓ ਬਣਾਈ ਹੈ। ਇਹ ਸਿਵਲ ਵਰਦੀਆਂ ਵੇਖੋ ਟਰੱਕ 'ਚੋਂ ਢਲ ਕੇ ਵੜ ਗਏ ਜੇ ਜਲੂਸ ਦੇ ਵਿੱਚ, ਇਹਨਾਂ ਅੱਗਾਂ ਲਵਾਈਆਂ ਜੇ ਇਹਨਾਂ ਕੰਮ ਮਸਲਾ ਹੈ। ਇਹ ਜਿਹੜੇ ਨੇ ਸਿਵਲ ਵਰਦੀਆਂ 'ਚ ਆ ਜਾਂਦੇ ਨੇ ਨਾ ਵਿੱਚ, ਇਹ ਆਪਣੀ ਆਇਡੈਂਟੀਟੀ ਸ਼ੋਅ ਨਹੀਂ ਨਾ ਕਰਦੇ ਭਾਈਜਾਨ। ਪ੍ਰੋਬਲਮ ਇਹ ਵੇ ਕਿ ਦੱਸਦੇ ਤੇ ਨਹੀਂ ਹਨ ਕਿ ਅਸੀਂ ਮਰਜ਼ਾਈ ਹਾਂ। ਫਰਜ਼ ਕਰ ਲਓ ਮੁਸਲਮਾਨਾਂ ਨਾਲ ਰਲ ਕੇ ਨਾਰੇ ਮਾਰਨ ਲਾ ਸਾੜ ਦਿਓ ਇਹਨਾਂ ਦੇ ਕ੍ਰਿਸ਼ਨਾ ਦੇ ਚਰਚ, ਸਾੜ ਦਿਓ ਇਹਨਾਂ ਦੇ ਘਰਾਂ ਨੂੰ ਅੱਗ ਲਾ ਦਿਓ, ਲੁੱਟ ਲਓ ਬਾਈਬਲ ਨੂੰ ਅੱਗ ਲਾ ਦਿਓ, ਉਹ ਸਲੀਬ ਸੁੱਟ ਦਿਓ। ਮੁਸਲਮਾਨਾਂ ਨੂੰ ਕੀ ਪਤਾ ਇਹ ਕੌਣ ਹੈ ਬੰਦਾ ਜਿਹੜਾ ਸਾਡੇ ਨਾਲ ਨਾਰਾ ਅੱਲਾਹੁ ਅਕਬਰ ਮੈਂ ਮਾਰਦਾ, ਇਹ ਕੌਣ ਹੈ ਤੇ ਕੌਣ ਨਹੀਂ। ਮੁਸਲਮਾਨਾਂ ਨੂੰ ਕੀ ਪਤਾ। ਇਸ ਗੱਲੇ ਉਹ ਆਪਣੇ ਆਪ ਨੂੰ ਕੈਮੋਫਲਾਜ ਕਰਕੇ ਜਿਹੜੀ ਵਾਰਦਾਤ ਕਰਦੇ ਨੇ ਨਾ ਪ੍ਰੋਬਲਮ ਦੇਖੋ ਨਾ ਤੁਸੀਂ ਜੜਾਂਵਾਲਾ ਦੇ ਵਿੱਚ ਜ਼ਿਆਦਾਤਰ ਸਲੀਬਾਂ ਹੀ ਤੋੜੀਆਂ ਗਈਆਂ ਨੇ ਨਾ ਉੱਥੇ, ਤੇ ਇਹ ਸਲੋਗਨ ਤੇ ਮਿਰਜ਼ੇ ਦਾ ਹੀ ਸੀ ਨਾ ਕਿ ਮੈਂ ਕਸਰ ਸਲੀਬ ਕਰਨ ਆਇਆ। ਹਾਂ ਮੈਂ ਕਹਿੰਦਾ ਇਹਨਾਂ ਨੇ ਆਪਣੇ ਆਪ ਨੂੰ ਕੈਮੋਫਲਾਜ ਕਰਕੇ 100% ਇਹਨਾਂ ਦੇ ਬੰਦੇ ਕੀਤੀ ਹੈ ਔਰ ਹਰ ਜਗ੍ਹਾ ਦੇ ਉੱਤੇ ਟਰਾਈ ਕਰਦੇ ਨੇ ਕਿ ਮੁਸਲਮਾਨਾਂ ਦੀ ਕਿਸੇ ਨਾਲ ਕਰਾ ਦਿਓ ਜਾਂ ਮੁਸਲਮਾਨਾਂ ਦੀ ਆਪਸ ਕਰਾ ਦਿਓ। ਇਹ ਮੈਂ ਕਹਿੰਦਾ ਹੋਰ ਕੁਝ ਨਹੀਂ। ਇਹ ਜਿਹੜਾ ਸੱਚੇ ਅਗਲੇ ਦਿਨ ਤੁਹਾਨੂੰ ਮੈਂ ਆਖਿਆ ਵੀ ਉਹ SP ਜੌਨ ਹੈ, ਉਹਨੂੰ ਫੜ ਕੇ ਮੀਆਂ ਫੇਵਰੇਟ 49 ਬੈਠਾ ਆਪਣੀ ਬਰਾੜ ਤੇ, ਲਓ ਜੀ ਸਿਆਲ ਸਾਹਿਬ ਤੁਹਾਡੇ ਨਾਲ ਮਨਾਜ਼ਰਾ ਕਰਾਉਣਾ। ਉਹ ਪਤਾ ਨਹੀਂ ਬੰਦਾ ਕੌਣ ਹੈ ਕੌਣ ਨਹੀਂ, ਤੇ ਮਨਾਜ਼ਰਾ ਸ਼ੁਰੂ ਕਰਾਤਾ ਹੈ। ਮੈਂ ਸਿਆਲ ਸਾਹਿਬ ਨੂੰ ਆਖਿਆ, ਮੈਂ ਕਿਹਾ ਵੀ ਜੇ ਉਹ ਵਾਕਿਅਤਨ ਕ੍ਰਿਸਚਨ ਹੈ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ, ਮੈਂ ਤੁਹਾਨੂੰ ਜਾਣਦਾ ਨਹੀਂ, ਤੁਸੀਂ ਡਾਇਰੈਕਟ ਉਹਦੀ ਬਰਾੜ ਤੇ ਜਾ ਕੇ ਮਨਾਜ਼ਰਾ ਕਰੋ। ਇਹ ਤੇ ਤੁਹਾਡੀ ਲੜਾਈ ਕਰਵਾਏਗਾ, ਇਹ ਤਾਂ ਕੋਈ ਕਰਵਾਏਗਾ ਨਾ ਲਫ਼ਜ਼ ਕੋਈ ਮੂੰਹ 'ਚ ਇਹੋ ਜਿਹਾ ਕੱਢੇ ਤੇ ਮੈਨੂੰ ਕੋਈ ਮੌਕਾ ਮਿਲ ਜੇ, ਮੈਨੂੰ ਕੋਈ ਬਹਾਨਾ ਮਿਲ ਜੇ ਆਪਣਾ ਬਿਆਨ ਕਰਨ ਦਾ, ਤੇ ਇਹਨਾਂ ਦਾ ਕੋਈ ਹੱਕ ਨਹੀਂ ਇਸ ਗੱਲ ਨਾਲ ਹੈ। ਤੇ ਤੁਸੀਂ ਡਾਇਰੈਕਟ ਉਹਨਾਂ ਦੀ ਬਰਾੜ ਤੇ ਜਾ ਕੇ ਗੱਲ ਕਰੋ। ਤੁਹਾਡੀ ਕਿਹੜੀ ਹੋਈ ਗੱਲ ਉਹਦੇ ਨਾਲ ਬਾਅਦ 'ਚ SP ਨੇ ਜੌਨ ਨਾਲ? ਹਾਂਜੀ ਥੋੜੀ ਜਿਹੀ ਹੋਈ ਹੈ, ਮੈਂ ਇਸ ਲਈ ਤੁਹਾਨੂੰ ਫੋਨ ਕਰਨ ਡਿਆ ਸਾਂ। ਅੱਛਾ ਉਹ SP ਜੌਨ ਸਾਹਿਬ ਦਾ ਤੇ ਚਲੋ ਜਿਹੜਾ ਮਸਲਾ ਹੈ ਵੇ, ਅੱਛਾ ਇਹ ਵੇਖੋ ਇਹ ਮਰਜ਼ਈ ਜਿਹੜੇ ਨੇ ਉਹਨਾਂ ਨੂੰ ਆਪਣੀ ਬਰਾਡ ਦੇ ਉੱਤੇ, ਤੇ ਮੈਂ ਜੇ ਇੱਥੇ ਜ਼ਰਾ ਕੋ ਆ ਜਾਵਾਂ ਤੇ ਇਹ ਯਕੀਨ ਕਰੋ ਕਿ ਮਿਰਜ਼ਾ ਕਾਦੀਆਨੀ ਦੀ ਮਾਂ ਮਰ ਜਾਂਦੀ ਹੈ ਨਾਸਤੇ ਜੇ ਮੈਂ ਇੱਥੇ ਬਹਿ ਜਾਵਾਂ। ਉਂਝ ਕ੍ਰਿਸ਼ਨਾ ਨੂੰ ਸਾਰਾ ਦਿਨ ਉੱਥੇ ਬਹਾ ਕੇ ਤਲਤ ਕਾਦੀਆਨੀ ਵੀ ਬਹਾ ਲੈਂਦਾ ਹੈ ਤੇ ਫਿਰ ਉਧਰੋਂ ਮਾਜ਼ਰਤ ਉਹ ਵੀ ਬਹਾ ਲੈਂਦਾ। ਅੱਛਾ ਜੋਸੋ ਭਾਈ, ਮੈਂ ਤੁਹਾਨੂੰ ਇਹਦੇ ਬਾਰੇ ਇੱਕ ਛੋਟੀ ਜਿਹੀ ਗੱਲ ਦੱਸਣਾ ਵਾ। ਇਹ ਪਿੱਛੇ ਜਿਹਾ ਆਮਰ ਭਾਈ ਨੂੰ ਵੀ ਪਤਾ ਵੀ ਕੱਲ ਜਾਂ ਪਰਸੋਂ ਜਿਹੜਾ ਵੀ MC ਦੀ ਬਰੋਡ ਦੇ ਉੱਤੇ ਮੇਰੀ ਗੱਲ ਉਹਦੇ ਨਾਲ ਚੱਲਦੀ ਪਈ ਆਵੇ ਬਸ ਹਲਕੀ ਫੁਲਕੀ ਜੀ, ਤੇ ਉਹ ਮੀਆਂ ਆਇਆ ਬਰੋਡ ਦੇ ਤੇ ਉੱਥੇ ਵੀ ਉਹ ਸਵਾਲ ਉਹਨੇ ਇਹੀ ਕੀਤਾ। ਉਹਨੇ ਆਖਿਆ ਤੁਸੀਂ ਤੇ ਜਿਹੜਾ ਵੀ ਉਹ ਮਸੀਹਾਂ ਨੂੰ ਨਾਲ ਬਿਠਾਇਆ ਤੇ ਤੁਸੀਂ ਇਹ ਕੰਮ ਕਰਦੇ ਹੋ। ਤੇ ਮੈਂ ਫਿਰ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਗੱਲ ਸੁਣੋ ਮੇਰੀ, ਅਸੀਂ ਜਿਹੜੇ ਮਸੀਹੀ ਨੂੰ ਨਾਲ ਭਾਏ ਹੈ ਨਾ, ਮੈਂ ਕਸਮ ਦੇ ਸਕਦਾ ਵਾਂ ਕਿ ਅਸਾਂ ਅੱਜ ਤੱਕ ਉਹਦੇ ਮੂੰਹੋਂ ਨਹੀਂ ਸੁਣਿਆ ਕਿ ਉਹਨੇ ਕੁਰਾਨ ਕਰੀਮ ਤੇ ਕੋਈ ਇਤਰਾਜ਼ ਕੀਤਾ ਹੋਵੇ ਜਾਂ ਰਸੂਲ ਸੱਲਮ ਦੀ ਜ਼ਾਤ ਦੇ ਉੱਤੇ ਕੋਈ ਇਤਰਾਜ਼ ਕੀਤਾ ਹੋਵੇ। ਅਸਾਂ ਨਹੀਂ ਸੁਣਿਆ। ਅਸੀਂ ਫਿਰ ਉਹਨੂੰ ਨਾਲ ਇਸ ਵਾਸਤੇ ਬਾਨੇ ਆ ਕਿ ਉਹ ਮਿਰਜ਼ਾ ਕਾਦੀਆਨੀ ਦੇ ਖਿਲਾਫ ਹੈ, ਉਹ ਵੀ ਤੇ ਅਸੀਂ ਵੀ ਹਾਂ, ਤੇ ਅਸੀਂ ਇਸ ਵਾਸਤੇ ਅਸੀਂ ਇਕੱਠੇ ਬਹਿ ਜਾਂਦੇ ਹਾਂ। ਤੁਸੀਂ ਜਿਹੜੇ ਬੰਦੇ ਨੂੰ ਨਾਲ ਭਾਏ ਆ ਤੁਸੀਂ ਤੇ ਉਹਨੂੰ ਪ੍ਰਵੋਕ ਕਰਦੇ ਹੋ। ਉਸ ਦਿਨ ਜ਼ਿਆਰ ਰਸੂਲ ਭਾਈ ਤੇ ਮੈਂ ਵੀ ਗਏ ਆ ਤੇ ਅਸਾਂ ਵੀ ਇਸ ਚੀਜ਼ ਨੂੰ ਨੋਟ ਕੀਤਾ ਹੈ ਕਿ ਉਹ SP ਜੌਨ ਨੂੰ ਵੀ ਜਿਹੜਾ ਨਾ ਉਹ ਕਰਦੇ ਸਨ ਤੇ ਪ੍ਰਵੋਕ। ਅਸੀਂ ਬਾਰ-ਬਾਰ ਉਹਨੂੰ ਲੈ ਕੇ ਆਈਏ ਕਿ ਵੀ ਮਿਰਜ਼ਾ ਕਾਦੀਆਨੀ ਜਿਹੜਾ ਹੈ ਉਹਦਾ ਇਹ ਦਾਅਵਾ ਹੈ ਕਿ ਉਮਤੀ ਨਬੀ ਵੀ ਹੈ
ਇਬਨ ਮਰੀਮ ਵੀ ਹੈ, ਈਸਾ अलैहिस्सलाम ने मार भी ਦਿੱਤੇ ਹੈ, ਕ੍ਰਿਸ਼ਨਾ ਦੇ ਖੁਦਾ ਨੂੰ ਮਾਰ ਦਿੱਤੇ ਹੈ, ਫਲਾਂ ਫਲਾਂ ਫਲਾਂ, ਇਹ ਉਹਦੇ ਸਾਰੇ ਦਾਵਾ ਜਾਤ ਨੇ। ਅਸੀਂ ਉਹਨੂੰ ਇਸ ਪਾਸੇ ਲਿਆਉਂਦੇ ਆ। SP ਜੋਨ ਸਾਹਿਬ ਜਿਹੜੇ ਨੇ ਉਹ ਫਿਰ ਬਾਰ-ਬਾਰ ਸਾਡੇ ਵਾਲੀ ਆਉਂਦੇ ਨੇ ਪਏ। ਮੈਂ ਕਿਹਾ ਤੁਸੀਂ ਤੇ ਬੰਦਾ ਨਾ ਲਓ ਭਾਈ, ਐਵੇਂ ਕਿ ਜਿਹੜਾ ਬਈ ਇਤਰਾਜ਼ ਕਰੇ ਕੋਈ ਤੇ ਤੁਹਾਨੂੰ ਕੋਈ ਚਾਂਸ ਲੱਗੇ ਤੇ ਤੁਸੀਂ ਜਿਹੜਾ ਨਾਰੇ ਮਾਰੋ। ਤੇ ਇਹ ਸਾਡੇ ਤੋਂ ਬਾਅਦ ਫਰਕ ਹੈ ਨਾ, ਜ਼ਮੀਨ ਅਸਮਾਨ ਦਾ ਫਰਕ ਹੈ। ਅਸੀਂ ਅਗਰ ਕਿਸੇ ਬੰਦੇ ਨਾਲ ਪਾਇਆ ਤੇ ਉਹਨੇ ਕਦੀ ਕੋਈ ਇਸ ਤਰ੍ਹਾਂ ਦੀ ਕੋਈ ਕੰਮ ਕੀਤੇ ਨਹੀਂ ਕਿ ਜੇ ਸਾਨੂੰ ਇਤਰਾਜ਼ ਹੋਵੇ। ਤੇ ਅਗਰ ਉਹ ਸਾਡੇ ਨਾਲ ਬੈਠੇ ਹੈ ਤੇ ਠੀਕ ਹੈ, ਤੁਹਾਨੂੰ ਕਿਹੜਾ ਇਤਰਾਜ਼ ਹੈ, ਤੁਹਾਨੂੰ ਕਿਹੜਾ ਇਤਰਾਜ਼ ਹੈ। ਤੇ ਤੁਹਾਡੇ ਤੇ ਸਾਨੂੰ ਇਤਰਾਜ਼ ਹੈ ਕਿ ਤੁਸੀਂ ਉਹ ਬੰਦੇ ਨਾਲ ਬਣਦੇ ਹੋ ਕਿ ਤੁਸੀਂ ਕੰਮ ਇਹੋ ਜਿਹਾ ਕਰੋ, ਗੜਬੜ ਕਰੋ ਤੇ ਤੁਹਾਨੂੰ ਮੌਕਾ ਮਿਲੇ ਜੀ। ਨਹੀਂ ਉਹ ਤੁਸੀਂ ਫੋਨ ਉਸੇ ਕੀਤਾ, ਮੈਂ ਉਸੇ ਨਾਲ ਤਲਤ ਮਲਕ ਦੇ ਬਰਾੜ ਤੇ ਸਾਂ ਕੋਈ